ਮੈਂ ਦੁਨੀਆ ਦੀਆਂ ਉਹਨਾਂ ਬਦਕਿਸਮਤ ਕੁੜੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਦੇ ਮਾਂ-ਬਾਪ ਬਚਪਨ ਵਿੱਚ ਹੀ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਅਤੇ ਫਿਰ ਅਜਿਹੇ ਬਿਨਾਂ ਮਾਂ-ਬਾਪ ਦੇ ਬੱਚੇ ਆਪਣੇ ਸਗੇ ਸੰਬੰਧੀਆਂ ਦੇ ਆਸਰੇ 'ਤੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਮੇਰੀ ਕਹਾਣੀ ਵੀ ਅਜਿਹੀ ਹੀ ਹੈ। ਮਾਂ-ਬਾਪ 'ਤੇ ਜਾਣ ਤੋਂ ਬਾਅਦ ਮੈਂ ਵੀ ਆਪਣੇ ਚਾਚਾ-ਚਾਚੀ ਦੇ ਰਹਿਮਾਂ 'ਤੇ ਪਲ ਰਹੀ ਸੀ। ਮੇਰੇ ਚਾਚਾ ਜੀ ਤਾਂ ਕਦੇ-ਕਦੇ ਥੋੜ੍ਹਾ ਬਹੁਤਾ ਮੇਰੇ ਬਾਰੇ ਵਿੱਚ ਸੋਚਦੇ ਵੀ ਸਨ, ਪਰ ਉਹ ਆਪਣੀ ਕੁੜੀਆਂ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰਦੇ ਸਨ। ਪਰ ਮੇਰੇ ਚਾਚਾ ਜੀ ਦੀ ਉਮਰ ਵੀ ਕੁਝ ਜ਼ਿਆਦਾ ਲੰਬੀ ਨਹੀਂ ਸੀ, ਇਸ ਲਈ ਉਹ ਵੀ ਜਲਦੀ ਹੀ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਅਤੇ ਚਾਚਾ ਜੀ ਦੇ ਜਾਣ ਤੋਂ ਬਾਅਦ ਮੇਰੀ ਚਾਚੀ ਨੇ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਉਹ ਚਾਚਾ ਜੀ ਕਰਕੇ ਮੇਰੇ ਉੱਪਰ ਥੋੜ੍ਹਾ ਬਹੁਤਾ ਰਹਿਮ ਕਰ ਵੀ ਲੈਂਦੀ ਸੀ, ਪਰ ਹੁਣ ਉਹ ਵੀ ਖਤਮ ਹੋ ਗਿਆ ਸੀ ਅਤੇ ਉਹਨਾਂ ਨੇ ਮੇਰੇ ਉੱਪਰ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਘਰ ਦੀ ਨੌਕਰਾਣੀ ਨੂੰ ਹਟਾ ਕੇ ਸਾਰੇ ਘਰ ਦੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਪਾ ਦਿੱਤੀ। ਮੇਰੀ ਉਮਰ ਉਸ ਵੇਲੇ ਸਿਰਫ 18 ਸਾਲ ਸੀ। ਮੈਂ ਇੱਕ ਬੇਸਹਾਰਾ ਕੁੜੀ ਸੀ, ਇਸ ਲਈ ਜਿਵੇਂ ਮੇਰੀ ਚਾਚੀ ਕਹਿੰਦੀ ਮੈਂ ਉਸੇ ਤਰ੍ਹਾਂ ਹੀ ਕਰਦੀ ਸੀ। ਚਾਚਾ ਜੀ ਦੇ ਜਾਣ ਤੋਂ ਕੁਝ ਸਾਲਾਂ ਬਾਅਦ ਹੀ ਚਾਚੀ ਦੇ ਘਰ ਦੇ ਹਾਲਾਤ ਖਰਾਬ ਹੋਣ ਲੱਗੇ। ਘਰ ਵਿੱਚ ਪੈਸਿਆਂ ਦੀ ਕਮੀ ਹੋਣ ਲੱਗੀ। ਚਾਚੀ ਨੂੰ ਹੁਣ ਮੈਂ ਬੋਝ ਲੱਗਣ ਲੱਗੀ ਸੀ। ਉਹ ਮੈਨੂੰ ਵਾਰ-ਵਾਰ ਤਾਨਾ ਦਿੰਦੀ ਅਤੇ ਕਹਿੰਦੀ ਇਸ ਮਨਹੂਸ ਕਰਕੇ ਹੀ ਭੁੱਖੇ ਮਰਨ ਦੀ ਨੌਬਤ ਆ ਚੁੱਕੀ ਹੈ। ਪਹਿਲਾਂ ਆਪਣੇ ਮਾਂ-ਬਾਪ ਨੂੰ ਨਿਗਲ ਗਈ, ਹੁਣ ਮੇਰੇ ਪਤੀ ਨੂੰ। ਖੈਰ, ਮੇਰੇ ਉੱਪਰ ਵੀ ਸਮੇਂ ਦੀ ਮਾਰ ਸੀ। ਮੈਂ ਕਰ ਵੀ ਕੀ ਸਕਦੀ ਸੀ। ਸਮਾਂ ਲੰਘਣ ਦੇ ਨਾਲ-ਨਾਲ ਮੈਂ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਚੁੱਕੀ ਸੀ। ਉਸੇ ਵੇਲੇ ਇੱਕ ਰਿਸ਼ਤਾ ਕਰਵਾਉਣ ਵਾਲੇ ਨੇ ਮੇਰੀ ਚਾਚੀ ਨੂੰ ਮੇਰੇ ਲਈ ਇੱਕ ਰਿਸ਼ਤਾ ਦੱਸਿਆ ਅਤੇ ਮੁੰਡੇ ਵਾਲਿਆਂ ਤੋਂ ਭਾਰੀ ਰਕਮ ਦਿਵਾਉਣ ਦਾ ਵਾਅਦਾ ਕੀਤਾ ਅਤੇ ਕਿਸੇ ਵੀ ਤਰ੍ਹਾਂ ਦੇ ਦਹੇਜ ਦੀ ਕੋਈ ਡਿਮਾਂਡ ਵੀ ਨਾ ਰੱਖੀ। ਮੇਰੀ ਚਾਚੀ ਲਈ ਤਾਂ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵਾਲੀ ਗੱਲ ਹੋ ਗਈ ਸੀ। ਉਹਨਾਂ ਨੇ ਬਿਨਾਂ ਸੋਚੇ ਸਮਝੇ ਹੀ ਮੇਰਾ ਰਿਸ਼ਤਾ ਉਸ ਮੁੰਡੇ ਨਾਲ ਪੱਕਾ ਕਰ ਦਿੱਤਾ। ਮੇਰੀ ਝੱਟ ਮੰਗਣੀ ਪੱਟ ਵਿਆਹ ਹੋ ਗਿਆ। ਮੇਰੇ ਕੱਪੜੇ ਵੀ ਉਹਨਾਂ ਨੇ ਆਪ ਹੀ ਬਣਵਾਏ ਸਨ। ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਇੰਨਾ ਚੰਗਾ ਸਹੁਰਾ ਘਰ ਮਿਲਿਆ ਹੈ ਜਿਨ੍ਹਾਂ ਦੀ ਕੋਈ ਡਿਮਾਂਡ ਵੀ ਨਹੀਂ। ਪਰ ਵਿਆਹ ਦੀ ਪਹਿਲੀ ਰਾਤ ਹੀ ਮੇਰੀਆਂ ਸਾਰੀਆਂ ਖੁਸ਼ੀਆਂ ਤਬਾਹ ਹੋ ਗਈਆਂ ਜਦੋਂ ਮੈਨੂੰ ਮੇਰੇ ਪਤੀ ਦੇ ਬਾਰੇ ਵਿੱਚ ਅਜਿਹੀ ਹਕੀਕਤ ਪਤਾ ਚੱਲੀ ਜਿਸ ਨੂੰ ਸੁਣ ਕੇ ਮੇਰੇ ਸਿਰ 'ਤੇ ਅਸਮਾਨ ਟੁੱਟ ਗਿਆ। ਮੈਂ ਸੱਜ ਵਿਆਹੀ ਜੋੜੇ ਵਿੱਚ ਤਿਆਰ ਹੋ ਕੇ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਥੋੜ੍ਹੀ ਦੇਰ ਬਾਅਦ ਮੇਰਾ ਪਤੀ ਰਮਨ ਕਮਰੇ ਵਿੱਚ ਆਇਆ। ਮੇਰਾ ਚਿਹਰਾ ਝੁਕਿਆ ਹੋਇਆ ਸੀ। ਉਹ ਮੇਰੇ ਨੇੜੇ ਆ ਕੇ ਬੈਠ ਗਿਆ, ਪਰ ਪਤਾ ਨਹੀਂ ਕਿਉਂ ਮੈਨੂੰ ਕਿਸੇ ਅਣਹੋਣੀ ਦਾ ਅਹਿਸਾਸ ਹੋਇਆ। ਉਸਨੇ ਮੈਨੂੰ ਪੁੱਛਿਆ ਕਿ ਮੈਂ ਦੇਖਣ ਵਿੱਚ ਕਿਹੋ ਜਿਹੀ ਹਾਂ, ਤਾਂ ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਅਤੇ ਕਿਹਾ, ਤੁਸੀਂ ਆਪ ਹੀ ਘੁੰਡ ਚੱਕ ਕੇ ਦੇਖ ਲਓ ਕਿ ਮੈਂ ਕਿਹੋ ਜਿਹੀ ਦਿਖਦੀ ਹਾਂ। ਤਾਂ ਉਹ ਹੱਸਣ ਲੱਗਿਆ। ਮੈਨੂੰ ਉਸਦਾ ਇਸ ਤਰ੍ਹਾਂ ਹੱਸਣਾ ਸਮਝ ਨਹੀਂ ਆਇਆ ਕਿ ਉਹ ਕਿਉਂ ਹੱਸ ਰਿਹਾ ਸੀ ਅਤੇ ਕਿਉਂ ਉਹ ਮੇਰਾ ਘੁੰਡ ਨਹੀਂ ਚੁੱਕ ਰਿਹਾ ਸੀ। ਮੈਂ ਆਪ ਹੀ ਆਪਣਾ ਘੁੰਡ ਚੁੱਕ ਕੇ ਉਹਨਾਂ ਨੂੰ ਦੇਖਿਆ ਤਾਂ ਉਹ ਮੇਰੇ ਵੱਲ ਨਹੀਂ ਬਲਕਿ ਸਾਹਮਣੇ ਦੇਖ ਰਹੇ ਸਨ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਤੋਂ ਨਾਰਾਜ਼ ਹੋ ਜਾਂ ਫਿਰ ਤੁਸੀਂ ਇਸ ਵਿਆਹ ਤੋਂ ਖੁਸ਼ ਨਹੀਂ ਹੋ ਜੋ ਤੁਸੀਂ ਮੇਰੇ ਵੱਲ ਨਹੀਂ ਦੇਖ ਰਹੇ। ਉਹ ਫਿਰ ਹੱਸਣ ਲੱਗਿਆ। ਮੈਨੂੰ ਉਹਨਾਂ ਦੇ ਵਰਤਾਓ ਤੋਂ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਹੱਸ ਰਹੇ ਹਨ। ਮੈਨੂੰ ਲੱਗਿਆ ਸ਼ਾਇਦ ਉਹ ਕਿਸੇ ਹੋਰ ਨੂੰ ਪਸੰਦ ਕਰਦੇ ਹੋਣਗੇ। ਉਹਨਾਂ ਦਾ ਵਿਆਹ ਜ਼ਬਰਦਸਤੀ ਮੇਰੇ ਨਾਲ ਕਰਵਾ ਦਿੱਤਾ ਹੋਵੇਗਾ, ਇਸ ਲਈ ਉਹ ਹੱਸ ਰਹੇ ਹਨ। ਮੈਂ ਫਿਰ ਉਹਨਾਂ ਨੂੰ ਪੁੱਛਿਆ, ਕੀ ਤੁਸੀਂ ਕਿਸੇ ਹੋਰ ਨੂੰ ਪਸੰਦ ਕਰਦੇ ਸੀ? ਤਾਂ ਉਹ ਫਿਰ ਹੱਸਣ ਲੱਗੇ। ਹੁਣ ਤਾਂ ਮੇਰਾ ਦਿਮਾਗ ਖਰਾਬ ਹੋਣ ਲੱਗਿਆ ਸੀ। ਇਹ ਕੀ ਤਰੀਕਾ ਸੀ ਆਪਣੀ ਪਤਨੀ ਨਾਲ ਗੱਲ ਕਰਨ ਦਾ? ਜੇਕਰ ਮੈਂ ਉਹਨਾਂ ਨੂੰ ਪਸੰਦ ਨਹੀਂ ਸੀ ਤਾਂ ਉਹ ਕਹਿ ਦਿੰਦੇ। ਮੈਂ ਚਾਹੁੰਦੀ ਸੀ ਕਿ ਉਹ ਬਸ ਇੱਕ ਵਾਰ ਮੇਰਾ ਚਿਹਰਾ ਦੇਖ ਲੈਣ ਤਾਂ ਸ਼ਾਇਦ ਉਹ ਉਸ ਕੁੜੀ ਨੂੰ ਭੁੱਲ ਜਾਣਗੇ ਜਿਸ ਨਾਲ ਉਹ ਪਿਆਰ ਕਰਦੇ ਸਨ, ਜਾਂ ਫਿਰ ਕੋਈ ਵੀ ਹੋਰ ਗੱਲ ਸੀ ਤਾਂ ਸ਼ਾਇਦ ਮੇਰਾ ਚਿਹਰਾ ਦੇਖਣ ਤੋਂ ਬਾਅਦ ਉਹ ਸਭ ਕੁਝ ਭੁੱਲ ਜਾਣਗੇ ਕਿਉਂਕਿ ਮੈਂ ਬਹੁਤ ਖੂਬਸੂਰਤ ਸੀ। ਪਰ ਉਹ ਸਾਹਮਣੇ ਡਰੈਸਿੰਗ ਟੇਬਲ ਵੱਲ ਹੀ ਦੇਖੀ ਜਾ ਰਹੇ ਸਨ। ਉਹਨਾਂ ਨੇ ਇੱਕ ਵਾਰ ਵੀ ਮੇਰੇ ਵੱਲ ਨਜ਼ਰ ਚੁੱਕ ਕੇ ਦੇਖਣਾ ਜ਼ਰੂਰੀ ਨਹੀਂ ਸਮਝਿਆ। ਮੈਂ ਤਾਂ ਇਹੀ ਸੋਚ ਕੇ ਆਈ ਸੀ ਕਿ ਮੈਂ ਆਪਣੇ ਪਤੀ ਅਤੇ ਸਹੁਰੇ ਘਰ ਵਾਲਿਆਂ ਦੀ ਇੰਨੀ ਸੇਵਾ ਕਰਾਂਗੀ ਕਿ ਮੈਨੂੰ ਵਾਪਸ ਆਪਣੀ ਚਾਚੀ ਕੋਲ ਜਾਣਾ ਹੀ ਨਾ ਪਵੇ। ਅਚਾਨਕ ਰਮਨ ਨੇ ਕਿਹਾ, ਮੈਂ ਦੇਖ ਨਹੀਂ ਸਕਦਾ। ਕੀ ਤੈਨੂੰ ਕਿਸੇ ਨੇ ਦੱਸਿਆ ਨਹੀਂ? ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਣ ਲੱਗੀ। ਮੈਨੂੰ ਲੱਗਿਆ ਸ਼ਾਇਦ ਉਹ ਮਜ਼ਾਕ ਕਰ ਰਹੇ ਹਨ। ਮੈਂ ਉਹਨਾਂ ਨੂੰ ਕਿਹਾ, ਇਹ ਮਜ਼ਾਕ ਕਰਨ ਦਾ ਟਾਈਮ ਨਹੀਂ ਹੈ
ਅਤੇ ਮੈਨੂੰ ਇਸ ਤਰ੍ਹਾਂ ਦਾ ਮਜ਼ਾਕ ਬਿਲਕੁਲ ਵੀ ਪਸੰਦ ਨਹੀਂ ਹੈ ਅਤੇ ਤੁਹਾਡੇ ਬਾਰੇ ਵਿੱਚ ਮੈਂ ਇਸ ਤਰ੍ਹਾਂ ਦੀ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ। ਪਰਮਾਤਮਾ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਹਮੇਸ਼ਾ ਤੰਦਰੁਸਤ ਰੱਖੇ। ਤੁਹਾਡਾ ਪਿਆਰ ਮੇਰੇ ਲਈ ਰੱਬ ਦੀ ਪੂਜਾ ਤੋਂ ਘੱਟ ਨਹੀਂ ਹੈ। ਮੈਂ ਇੱਕ ਆਗਿਆਕਾਰੀ ਅਤੇ ਵਫਾਦਾਰ ਪਤਨੀ ਦੀ ਤਰ੍ਹਾਂ ਉਹਨਾਂ ਨੂੰ ਕਿਹਾ ਤਾਂ ਉਹ ਫਿਰ ਹੱਸਣ ਲੱਗੇ ਅਤੇ ਬੋਲੇ, ਪ੍ਰੀਤ, ਇਹ ਦੁਨੀਆ ਬਹੁਤ ਬੇਵਫਾ ਹੈ। ਜੇਕਰ ਇਨਸਾਨ ਦੇ ਅੰਦਰ ਕੋਈ ਖੂਬੀ ਹੋਵੇ ਤਾਂ ਸਾਰੀ ਦੁਨੀਆ ਉਸ ਨੂੰ ਪਿਆਰ ਕਰਦੀ ਹੈ, ਪਰ ਜੇਕਰ ਉਸੇ ਇਨਸਾਨ ਦੇ ਅੰਦਰ ਕੋਈ ਖੂਬੀ ਨਾ ਰਹੇ, ਕਿਸੇ ਤਰ੍ਹਾਂ ਦੀ ਕਮੀ ਹੋ ਜਾਵੇ, ਤਾਂ ਇਹੀ ਵਫਾਦਾਰ ਦੁਨੀਆ ਬੇਵਫਾ ਹੋ ਜਾਂਦੀ ਹੈ। ਇਸ ਵੇਲੇ ਤੂੰ ਮੇਰੇ ਪਿਆਰ ਨੂੰ ਪੂਜਾ ਦਾ ਦਰਜਾ ਦੇਣਾ ਚਾਹੁੰਦੀ ਹੈ, ਪਰ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਤੇਰੀ ਮੁਹੱਬਤ ਦੇ ਲਾਇਕ ਨਹੀਂ ਹਾਂ, ਕਿਉਂਕਿ ਮੈਂ ਇੱਕ ਅੰਨਾ ਆਦਮੀ ਹਾਂ। ਮੈਂ ਸਭ ਤੋਂ ਸੁਣਿਆ ਹੈ ਕਿ ਤੂੰ ਬਹੁਤ ਖੂਬਸੂਰਤ ਹੈ, ਪਰ ਅਫਸੋਸ ਮੈਂ ਤੇਰੇ ਹੁਸਨ ਨੂੰ ਦੇਖ ਨਹੀਂ ਸਕਦਾ। ਰਮਨ ਬੋਲਦੇ ਹੀ ਜਾ ਰਹੇ ਸਨ, ਪਰ ਮੈਨੂੰ ਹਲੇ ਵੀ ਮਹਿਸੂਸ ਹੋ ਰਿਹਾ ਸੀ ਕਿ ਉਹ ਮਜ਼ਾਕ ਕਰ ਰਹੇ ਹਨ ਅਤੇ ਮੈਨੂੰ ਉਹਨਾਂ ਦੇ ਇਸ ਤਰ੍ਹਾਂ ਦੇ ਮਜ਼ਾਕ 'ਤੇ ਗੁੱਸਾ ਆ ਰਿਹਾ ਸੀ। ਪਰ ਥੋੜ੍ਹੇ ਹੀ ਦੇਰ ਬਾਅਦ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਮਜ਼ਾਕ ਨਹੀਂ ਸੀ, ਬਲਕਿ ਇਹ ਇੱਕ ਕੌੜੀ ਹਕੀਕਤ ਸੀ। ਹੁਣ ਮੈਂ ਫਟੀਆਂ ਅੱਖਾਂ ਨਾਲ ਆਪਣੇ ਪਤੀ ਨੂੰ ਦੇਖ ਰਹੀ ਸੀ। ਮੇਰੇ ਸੁਪਨਿਆਂ ਦਾ ਮਹਿਲ 1 ਮਿੰਟ ਵਿੱਚ ਢਹਿ ਢੇਰੀ ਹੋ ਗਿਆ ਸੀ। ਮੈਂ ਪਤਾ ਨਹੀਂ ਕੀ ਸੁਪਨੇ ਲੈ ਕੇ ਇਸ ਘਰ ਵਿੱਚ ਆਈ ਸੀ, ਪਰ ਮੈਂ ਜਿਸ ਆਦਮੀ ਦੇ ਸਹਾਰੇ ਇੱਥੇ ਆਈ ਸੀ ਉਹ ਤਾਂ ਦੇਖ ਹੀ ਨਹੀਂ ਸਕਦਾ ਸੀ, ਅਤੇ ਜੋ ਦੇਖ ਨਹੀਂ ਸਕਦਾ ਸੀ ਉਹ ਮੇਰਾ ਸਹਾਰਾ ਕਿਵੇਂ ਬਣ ਸਕਦਾ ਸੀ। ਉਸ ਨੂੰ ਤਾਂ ਆਪ ਸਹਾਰੇ ਦੀ ਜ਼ਰੂਰਤ ਸੀ। ਮੇਰੇ ਨਾਲ ਧੋਖਾ ਹੋਇਆ ਸੀ ਅਤੇ ਇਹ ਧੋਖਾ ਮੇਰੀ ਚਾਚੀ ਅਤੇ ਮੇਰੇ ਸਹੁਰੇ ਘਰ ਵਾਲਿਆਂ ਨੇ ਮੈਨੂੰ ਦਿੱਤਾ ਸੀ। ਗੁੱਸੇ ਨਾਲ ਮੇਰਾ ਬੁਰਾ ਹਾਲ ਹੋ ਗਿਆ ਸੀ। ਮੈਂ ਇੱਕਦਮ ਖੜੀ ਹੋ ਗਈ ਅਤੇ ਕਹਿਣ ਲੱਗੀ, ਤੁਹਾਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਇੱਕ ਗਰੀਬ ਬੇਸਹਾਰਾ ਕੁੜੀ ਨਾਲ ਇੰਨਾ ਵੱਡਾ ਧੋਖਾ ਕਰਦੇ ਹੋਏ? ਤਾਂ ਮੇਰੇ ਪਤੀ ਨੇ ਕਿਹਾ, ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਤੇਰੀ ਚਾਚੀ ਨੂੰ ਸਭ ਕੁਝ ਪਤਾ ਸੀ। ਕੀ ਉਹਨਾਂ ਨੇ ਤੈਨੂੰ ਕੁਝ ਨਹੀਂ ਦੱਸਿਆ? ਤੇਰੇ ਨਾਲ ਧੋਖਾ ਮੈਂ ਨਹੀਂ ਬਲਕਿ ਤੇਰੀ ਚਾਚੀ ਨੇ ਕੀਤਾ ਹੈ। ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੈਨੂੰ ਸਭ ਕੁਝ ਦੱਸ ਦਿੱਤਾ ਗਿਆ ਹੈ, ਕਿ ਮੈਂ ਦੇਖ ਨਹੀਂ ਸਕਦਾ, ਅਤੇ ਤੂੰ ਰਾਜੀ ਹੋ ਗਈ ਹੈ। ਰਮਨ ਦੀ ਗੱਲ ਸੁਣ ਕੇ ਮੈਨੂੰ ਹੋਰ ਗੁੱਸਾ ਆ ਗਿਆ ਅਤੇ ਮੈਂ ਕਿਹਾ, ਕੀ ਮੈਂ ਅਜਿਹੇ ਇਨਸਾਨ ਨਾਲ ਵਿਆਹ ਕਰਾਉਣ ਲਈ ਰਾਜੀ ਹੋ ਸਕਦੀ ਸੀ ਜੋ ਦੇਖ ਹੀ ਨਹੀਂ ਸਕਦਾ? ਹੁਣ ਮੇਰੇ ਕੋਲ ਵਾਪਸ ਜਾਣ ਦਾ ਕੋਈ ਰਸਤਾ ਵੀ ਨਹੀਂ ਸੀ। ਮੈਂ ਤਾਂ ਇਹੀ ਸੋਚ ਕੇ ਇੱਥੇ ਆਈ ਸੀ ਕਿ ਉਸ ਨਰਕ ਵਿੱਚ ਦੁਬਾਰਾ ਨਹੀਂ ਜਾਵਾਂਗੀ। ਮੈਂ ਉੱਚੀ ਉੱਚੀ ਰੋਣ ਲੱਗੀ। ਰਮਨ ਚੁੱਪਚਾਪ ਆਪਣੇ ਬਿਸਤਰੇ 'ਤੇ ਜਾ ਕੇ ਲੇਟ ਗਏ। ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਉਹ ਜਲਦੀ ਹੀ ਗੂੜੀ ਨੀਂਦ ਵਿੱਚ ਸੌਂ ਗਏ ਅਤੇ ਮੈਂ ਹੈਰਾਨ ਪਰੇਸ਼ਾਨ ਸਾਰੀ ਰਾਤ ਜਾਗਦੀ ਰਹੀ। ਪਤਾ ਨਹੀਂ ਕਿਸ ਵੇਲੇ ਮੇਰੀ ਅੱਖ ਲੱਗੀ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਰਮਨ ਹਲੇ ਵੀ ਸੋ ਰਹੇ ਸਨ। ਮੇਰੇ ਜਾਗਣ ਦੀ ਆਵਾਜ਼ 'ਤੇ ਉਹ ਵੀ ਜਾਗ ਗਏ। ਉਹਨਾਂ ਨੇ ਸਹਾਰਾ ਤਲਾਸ਼ ਕੀਤਾ, ਪਰ ਮੈਂ ਇੰਨੇ ਗੁੱਸੇ ਵਿੱਚ ਸੀ ਕਿ ਮੈਂ ਉਹਨਾਂ ਨੂੰ ਸਹਾਰਾ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ। ਮੈਂ ਸੋਚਿਆ, ਇਹ ਪਹਿਲਾਂ ਵੀ ਤਾਂ ਆਪਣੇ ਕੰਮ ਆਪ ਹੀ ਕਰਦੇ ਹੋਣਗੇ। ਇਹ ਉਹਨਾਂ ਦਾ ਕਮਰਾ ਸੀ। ਉਹ ਅੰਦਾਜ਼ੇ ਨਾਲ ਕੰਧ ਨੂੰ ਫੜ ਕੇ ਬਾਥਰੂਮ ਵਿੱਚ ਚਲੇ ਗਏ। ਫਿਰ ਥੋੜ੍ਹੀ ਦੇਰ ਬਾਅਦ ਬਾਹਰ ਨਿਕਲੇ। ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਮੈਨੂੰ ਆਵਾਜ਼ ਦੇ ਕੇ ਬੁਲਾਇਆ ਅਤੇ ਕਿਹਾ, ਪ੍ਰੀਤ, ਕੀ ਤੂੰ ਇੱਥੇ ਹੀ ਹੈ? ਮੈਂ ਕਮਰੇ ਵਿੱਚ ਹੀ ਮੌਜੂਦ ਸੀ, ਪਰ ਮੈਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ। ਮੇਰਾ ਮਨ ਇੰਨਾ ਖਰਾਬ ਹੋ ਚੁੱਕਿਆ ਸੀ ਜਿਸ ਦੀ ਕੋਈ ਹੱਦ ਨਹੀਂ ਸੀ। ਇੱਕ 20 ਸਾਲ ਦੀ ਸੋਹਣੀ ਸੁਨੱਖੀ ਕੁੜੀ ਜਿਸ ਉੱਪਰ ਇੰਨਾ ਜ਼ੁਲਮ ਹੋਇਆ ਸੀ। ਮੇਰੀ ਹਾਲਤ ਦਾ ਅੰਦਾਜ਼ਾ ਲਗਾਉਣਾ ਦੂਜਿਆਂ ਲਈ ਮੁਸ਼ਕਿਲ ਸੀ। ਮੈਨੂੰ ਬਹੁਤ ਤਕਲੀਫ ਹੋ ਰਹੀ ਸੀ ਅਤੇ ਆਪਣੇ ਦਰਦ ਨੂੰ ਸਿਰਫ ਮੈਂ ਹੀ ਸਮਝ ਸਕਦੀ ਸੀ। ਦਿਨ ਲੰਘਦੇ ਗਏ। ਮੇਰਾ ਆਪਣੇ ਸਹੁਰੇ ਘਰ ਵਿੱਚ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ। ਮੈਂ ਜਿਸ ਦੇ ਸਹਾਰੇ ਇੱਥੇ ਆਈ ਸੀ ਉਹ ਤਾਂ ਕਿਸੇ ਕੰਮ ਦਾ ਨਹੀਂ ਸੀ। ਮੇਰੀ ਸੱਸ ਨੇ ਮੈਨੂੰ ਕਿਹਾ ਕਿ ਅਸੀਂ ਤੇਰੀ ਚਾਚੀ ਨੂੰ ਸਭ ਕੁਝ ਦੱਸ ਦਿੱਤਾ ਸੀ ਅਤੇ ਉਹਨਾਂ ਨੇ ਕਿਹਾ ਕਿ ਤੂੰ ਵਿਆਹ ਲਈ ਮੰਨ ਗਈ ਹੈ ਅਤੇ ਹਮਦਰਦੀ ਦੀ ਖਾਤਰ ਰਮਨ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਮੈਨੂੰ ਇਸ ਘਰ ਦਾ ਵਾਰਿਸ ਚਾਹੀਦਾ ਸੀ। ਹੁਣ ਤੂੰ ਮੈਨੂੰ ਵਾਰਿਸ ਦੇਵੇਂਗੀ। ਆਪਣੀ ਸੱਸ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਸੀ। ਉਹਨਾਂ ਨੇ ਮੇਰੀ ਚਾਚੀ ਨੂੰ ਹਨੇਰੇ ਵਿੱਚ ਨਹੀਂ ਰੱਖਿਆ ਸੀ, ਪਰ ਮੇਰੀ ਚਾਚੀ ਨੇ ਮੈਨੂੰ ਜ਼ਰੂਰ ਹਨੇਰੇ ਵਿੱਚ ਰੱਖਿਆ ਸੀ। ਮੈਂ ਆਪਣੀ ਸੱਸ ਨੂੰ ਗੁੱਸੇ ਵਿੱਚ ਕਿਹਾ, ਤੁਹਾਨੂੰ ਕੀ ਜ਼ਰੂਰਤ ਸੀ ਆਪਣੇ ਅੰਨੇ ਮੁੰਡੇ ਦਾ ਵਿਆਹ ਕਰਨ ਦੀ? ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਅਤੇ ਕਹਿਣ ਲੱਗੀ, ਮੇਰੇ ਬੇਟੇ ਨੂੰ ਅੰਨਾ ਨਾ ਕਹਿ। ਮੈਂ ਕਿਹਾ, ਅੰਨਾ ਨਾ ਕਹਾਂ ਤਾਂ ਹੋਰ ਕੀ ਕਹਾਂ? ਮੈਂ ਕਦੇ ਵੀ ਅਜਿਹੀ ਪੱਥਰ ਦਿਲ ਅਤੇ ਬਦਤਮੀਜ਼ ਨਹੀਂ ਸੀ, ਪਰ ਹਾਲਾਤ ਨੇ ਮੈਨੂੰ ਅਜਿਹਾ ਬਣਾ ਦਿੱਤਾ ਸੀ।
ਮੈਨੂੰ ਦੂਜਿਆਂ ਦੇ ਜਜ਼ਬਾਤ ਦੀ ਕੋਈ ਫਿਕਰ ਨਹੀਂ ਸੀ, ਕਿਉਂਕਿ ਮੇਰੇ ਆਪਣੇ ਜਜ਼ਬਾਤ ਮਿੱਟੀ ਵਿੱਚ ਮਿਲ ਗਏ ਸਨ। ਮੈਂ ਬਹੁਤ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਮੈਨੂੰ ਸੰਭਾਲਣ ਵਾਲਾ ਵੀ ਕੋਈ ਨਹੀਂ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਫਿਰ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਇੱਥੇ ਦਿਲ ਲਗਾਉਣ ਦੀ, ਪਰ ਮੇਰਾ ਦਿਲ ਨਹੀਂ ਲੱਗਦਾ ਸੀ। ਮੈਂ ਚਾਹੁੰਦੀ ਸੀ ਕਿ ਮੇਰੇ ਹੁਸਨ ਦੀ ਤਾਰੀਫ ਕੀਤੀ ਜਾਵੇ, ਮੈਨੂੰ ਸਰਾਹਿਆ ਜਾਵੇ, ਮੈਨੂੰ ਮੇਰਾ ਹੱਕ ਮਿਲੇ। ਹੁਣ ਮੈਂ ਹਰ ਵੇਲੇ ਰੋਂਦੀ ਰਹਿੰਦੀ ਸੀ। ਰਮਨ ਬੰਦ ਕਮਰੇ ਵਿੱਚ ਮੇਰੀਆਂ ਸਿਸਕੀਆਂ ਸੁਣਦੇ ਸਨ ਅਤੇ ਮੈਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਸਨ, ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਇਸੇ ਦੌਰਾਨ ਰਮਨ ਨੇ ਕਿਹਾ ਕਿ ਉਹ ਸ਼ਹਿਰ ਤੋਂ ਕਿਤੇ ਦੂਰ ਜਾ ਰਹੇ ਹਨ ਅਤੇ ਉਹਨਾਂ ਨੂੰ ਵਾਪਸ ਆਉਣ ਵਿੱਚ ਦੇਰ ਹੋ ਜਾਵੇਗੀ। ਉਹ ਡਰਾਈਵਰ ਨਾਲ ਹੀ ਜਾਂਦੇ ਸਨ ਅਤੇ ਡਰਾਈਵਰ ਨਾਲ ਹੀ ਵਾਪਸ ਆਉਂਦੇ ਸਨ। ਜਦੋਂ ਉਹ ਚਲੇ ਗਏ ਤਾਂ ਮੈਂ ਸੁੱਖ ਦਾ ਸਾਹ ਲਿਆ। ਮੈਂ ਘਰ ਦਾ ਕੋਈ ਵੀ ਕੰਮ ਨਹੀਂ ਕਰਦੀ ਸੀ, ਕਿਉਂਕਿ ਮੈਂ ਬਹੁਤ ਗੁੱਸੇ ਵਿੱਚ ਰਹਿੰਦੀ ਸੀ। ਸਾਰਾ ਕੰਮ ਨੌਕਰਾਣੀ ਕਰਦੀ ਸੀ। ਇਸ ਘਰ ਵਿੱਚ ਹਰ ਤਰ੍ਹਾਂ ਦੀ ਸਹੂਲਤ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਜੇਕਰ ਕੁਝ ਨਹੀਂ ਸੀ ਤਾਂ ਉਹ ਮੇਰੇ ਦਿਲ ਦੀ ਖੁਸ਼ੀ ਸੀ। ਅੱਧੀ ਰਾਤ ਨੂੰ ਪਿਆਸ ਲੱਗਣ ਕਰਕੇ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਉੱਠ ਕੇ ਰਸੋਈ ਵਿੱਚ ਆਈ ਅਤੇ ਪਾਣੀ ਪੀਣ ਲੱਗੀ ਤਾਂ ਅਚਾਨਕ ਪਿੱਛੇ ਤੋਂ ਕਿਸੇ ਨੇ ਮੇਰੇ ਮੂੰਹ 'ਤੇ ਹੱਥ ਰੱਖ ਦਿੱਤਾ ਤਾਂ ਜੋ ਮੈਂ ਚੀਕ ਨਾ ਸਕਾਂ। ਉਸਨੇ ਕਿਹਾ, ਤੂੰ ਬਹੁਤ ਸੋਹਣੀ ਹੈ। ਜਦੋਂ ਤੋਂ ਮੈਂ ਤੇਰੇ ਹੁਸਨ ਨੂੰ ਦੇਖਿਆ ਹੈ, ਮੈਂ ਉਸੇ ਵੇਲੇ ਤੋਂ ਤੇਰਾ دیਵਾਨਾ ਹੋ ਚੁੱਕਿਆ ਹਾਂ। ਅੱਜ ਤੇਰਾ ਪਤੀ ਘਰ ਵਿੱਚ ਨਹੀਂ ਹੈ, ਬਲਕਿ ਉਹ ਤਾਂ ਦੇਖ ਨਹੀਂ ਸਕਦਾ, ਪਰ ਫਿਰ ਵੀ ਮੈਂ ਉਸਦੀ ਗੈਰ ਮੌਜੂਦਗੀ ਵਿੱਚ ਆਉਣਾ ਚਾਹੁੰਦਾ ਸੀ ਤਾਂ ਜੋ ਖੁੱਲ੍ਹ ਕੇ ਤੇਰੇ ਨਾਲ ਆਪਣੇ ਦਿਲ ਦੀ ਗੱਲ ਕਰ ਸਕਾਂ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਾਂ। ਮੈਂ ਤੁਹਾਡੇ ਗੁਆਂਢ ਵਿੱਚ ਹੀ ਰਹਿੰਦਾ ਹਾਂ ਅਤੇ ਰੋਜ਼ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਤੈਨੂੰ ਬਾਲਕੋਨੀ ਵਿੱਚ ਖੜਿਆ ਦੇਖਦਾ ਹਾਂ। ਮੈਨੂੰ ਬਹੁਤ ਅਫਸੋਸ ਹੈ ਕਿ ਤੇਰੇ ਵਰਗੀ ਸੋਹਣੀ ਸੁਨੱਖੀ ਕੁੜੀ ਦਾ ਵਿਆਹ ਅਜਿਹੇ ਇਨਸਾਨ ਨਾਲ ਹੋ ਗਿਆ ਜੋ ਤੇਰਾ ਹੁਸਨ ਦੇਖ ਹੀ ਨਹੀਂ ਸਕਦਾ। ਉਹ ਆਦਮੀ ਮੇਰੇ ਕੰਨ ਦੇ ਨੇੜੇ ਆ ਕੇ ਹੌਲੀ-ਹੌਲੀ ਬੋਲਦਾ ਜਾ ਰਿਹਾ ਸੀ। ਮੈਂ ਅੱਖਾਂ ਘੁਮਾ ਕੇ ਦੇਖਿਆ ਤਾਂ ਉਸਨੇ ਨਕਾਬ ਪਾਇਆ ਹੋਇਆ ਸੀ। ਉਸ ਦੀਆਂ ਸਿਰਫ ਅੱਖਾਂ ਹੀ ਦਿਖ ਰਹੀਆਂ ਸਨ। ਮੈਂ ਕਿਸਮਤ ਅਤੇ ਹਾਲਾਤ ਦੀ ਮਾਰੀ ਕੁੜੀ ਸੀ। ਜਦੋਂ ਕਿਸੇ ਦੇ ਮੂੰਹ ਤੋਂ ਆਪਣੇ ਲਈ ਤਾਰੀਫ ਸੁਣੀ ਤਾਂ ਮੈਨੂੰ ਚੰਗਾ ਲੱਗਿਆ। ਉਸ ਦੀਆਂ ਗੱਲਾਂ ਬੁਰੀਆਂ ਲੱਗਣ ਦੀ ਬਜਾਏ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਸਨ ਅਤੇ ਮੈਂ ਅਜਿਹੀਆਂ ਹੀ ਗੱਲਾਂ ਸੁਣਨਾ ਚਾਹੁੰਦੀ ਸੀ। ਮੈਂ ਇਸ਼ਾਰਿਆਂ ਵਿੱਚ ਉਸ ਨੂੰ ਕਿਹਾ ਕਿ ਮੈਨੂੰ ਬੋਲਣ ਦੇਵੇ ਤਾਂ ਉਸਨੇ ਮੇਰੇ ਮੂੰਹ ਤੋਂ ਹੱਥ ਹਟਾ ਲਿਆ। ਮੈਂ ਪੁੱਛਿਆ, ਤੂੰ ਕੌਣ ਹੈ? ਤਾਂ ਉਸਨੇ ਦੱਸਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਰੋਜ਼ ਤੈਨੂੰ ਦੇਖਦਾ ਹਾਂ। ਮੈਂ ਉਸ ਨੂੰ ਕਿਹਾ, ਤੂੰ ਇੱਥੋਂ ਚਲਾ ਜਾ, ਮੇਰਾ ਪਤੀ ਆ ਜਾਵੇਗਾ। ਤਾਂ ਉਸਨੇ ਕਿਹਾ ਕਿ ਮੈਨੂੰ ਤੇਰੇ ਪਤੀ ਦੀ ਖਬਰ ਹੈ, ਉਹ ਕੱਲ੍ਹ ਸਵੇਰ ਨੂੰ ਹੀ ਆਵੇਗਾ। ਪਰ ਫਿਰ ਵੀ ਮੈਨੂੰ ਆਪਣੀ ਸੱਸ ਦਾ ਡਰ ਸੀ। ਇਸ ਰਾਤ ਤਾਂ ਮੈਂ ਉਸ ਨੂੰ ਭਜਾ ਦਿੱਤਾ, ਪਰ ਜਦੋਂ ਵੀ ਰਮਨ ਕੰਮ ਦੇ ਸਿਲਸਿਲੇ ਵਿੱਚ ਕਿਤੇ ਬਾਹਰ ਜਾਂਦੇ ਸੀ ਤਾਂ ਉਹ ਆ ਜਾਂਦਾ ਸੀ। ਪਤਾ ਨਹੀਂ ਉਸਨੇ ਅੰਦਰ ਆਉਣ ਦਾ ਕਿਹੜਾ ਰਸਤਾ ਲੱਭਿਆ ਹੋਇਆ ਸੀ ਕਿ ਉਸ ਨੂੰ ਆਉਂਦੇ ਹੋਏ ਕੋਈ ਵੀ ਨਹੀਂ ਦੇਖਦਾ ਸੀ। ਪਹਿਲਾਂ ਉਹ ਰਸੋਈ ਵਿੱਚ ਆ ਜਾਂਦਾ ਸੀ ਅਤੇ ਹੁਣ ਮੇਰੇ ਕਮਰੇ ਦੀ ਖਿੜਕੀ ਵਿੱਚੋਂ ਮੇਰੇ ਕਮਰੇ ਵਿੱਚ ਹੀ ਆ ਜਾਂਦਾ ਸੀ ਅਤੇ ਅਸੀਂ ਦੋਵੇਂ ਸਾਰੀ ਰਾਤ ਗੱਲਾਂ ਕਰਦੇ ਰਹਿੰਦੇ ਸੀ। ਉਹ ਮੇਰੇ ਹੁਸਨ ਦੀ ਤਾਰੀਫ ਕਰਦਾ ਰਹਿੰਦਾ ਅਤੇ ਮੈਂ ਸੁਣਦੀ ਰਹਿੰਦੀ ਸੀ ਅਤੇ ਹੁਣ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਸੀ। ਪਰ ਉਹ ਹਮੇਸ਼ਾ ਆਪਣਾ ਚਿਹਰਾ ਲੁਕੋ ਕੇ ਹੀ ਰੱਖਦਾ ਸੀ। ਮੈਂ ਉਸ ਨੂੰ ਕਈ ਵਾਰ ਕਿਹਾ ਕਿ ਇਹ ਨਕਾਬ ਹਟਾਵੇ ਅਤੇ ਮੈਨੂੰ ਆਪਣਾ ਚਿਹਰਾ ਦਿਖਾਵੇ, ਪਰ ਉਸਨੇ ਕਿਹਾ ਕਿ ਸਮਾਂ ਆਉਣ 'ਤੇ ਦਿਖਾਵਾਂਗਾ। ਉਸ ਦੀਆਂ ਅੱਖਾਂ ਬਹੁਤ ਸੋਹਣੀਆਂ ਸਨ ਅਤੇ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਹ ਕਿੰਨਾ ਖੂਬਸੂਰਤ ਹੈ ਅਤੇ ਉਸ ਦੀਆਂ ਅੱਖਾਂ ਤੋਂ ਵੀ ਜ਼ਿਆਦਾ ਚੰਗੀਆਂ ਉਸ ਦੀਆਂ ਗੱਲਾਂ ਸਨ। ਮਤਲਬ ਕਿ ਉਹ ਹਰ ਗੱਲ ਕਰਨ ਵਿੱਚ ਮਾਹਿਰ ਸੀ। ਮੈਨੂੰ ਉਸ ਦੀਆਂ ਪਿਆਰ ਭਰੀਆਂ ਗੱਲਾਂ ਦੀ ਆਦਤ ਹੋ ਗਈ ਸੀ। ਉਹ ਸਾਰਾ ਦਿਨ ਫੋਨ ਕਰਕੇ ਵੀ ਮੇਰੇ ਨਾਲ ਪਿਆਰ ਭਰੀਆਂ ਗੱਲਾਂ ਕਰਦਾ ਰਹਿੰਦਾ ਸੀ। ਮੈਨੂੰ ਮੇਰੀ ਜ਼ਿੰਦਗੀ ਵਿੱਚ ਜਿਸ ਚੀਜ਼ ਦੀ ਲੋੜ ਸੀ ਉਹ ਮੈਨੂੰ ਮਿਲ ਰਹੀ ਸੀ, ਪਰ ਇੱਕ ਗੈਰ ਮਰਦ ਤੋਂ। ਜੋ ਮੇਰਾ ਪਤੀ ਸੀ ਉਹ ਤਾਂ ਮੇਰੀ ਤਾਰੀਫ ਨਹੀਂ ਕਰ ਸਕਦਾ ਸੀ। ਬਹੁਤ ਸਾਲਾਂ ਤੱਕ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਉਹ ਰਮਨ ਦੀ ਗੈਰ ਮੌਜੂਦਗੀ ਵਿੱਚ ਆਉਂਦਾ ਰਹਿੰਦਾ ਅਤੇ ਅਸੀਂ ਗੱਲਾਂ ਕਰਦੇ, ਪਰ ਕਦੇ ਵੀ ਉਸਨੇ ਗਲਤ ਹਰਕਤ ਨਹੀਂ ਕੀਤੀ ਸੀ। ਮੇਰੀ ਅਕਲ 'ਤੇ ਤਾਂ ਜਿਵੇਂ ਕਿਸੇ ਨੇ ਪਰਦਾ ਹੀ ਪਾ ਦਿੱਤਾ ਸੀ। ਮੈਨੂੰ ਇਹ ਡਰ ਵੀ ਨਹੀਂ ਰਿਹਾ ਸੀ ਕਿ ਕੋਈ ਅਜਨਬੀ ਆਦਮੀ ਮੇਰੇ ਕਮਰੇ ਤੱਕ ਆ ਜਾਂਦਾ ਹੈ ਅਤੇ ਉਹ ਕੁਝ ਗਲਤ ਵੀ ਕਰ ਸਕਦਾ ਹੈ। ਕਿਸੇ ਅਜਨਬੀ ਆਦਮੀ 'ਤੇ ਭਰੋਸਾ ਕਰਨਾ ਕਿੰਨੇ ਖਤਰੇ ਦਾ ਕੰਮ ਸੀ। ਮੇਰਾ ਪਤੀ ਤਾਂ ਸਿਰਫ ਅੱਖਾਂ ਤੋਂ ਅੰਨਾ ਸੀ, ਪਰ ਮੇਰਾ ਤਾਂ ਦਿਲ, ਆਤਮਾ ਸਭ ਕੁਝ ਅੰਨਾ ਹੋ ਚੁੱਕਿਆ ਸੀ। ਮੈਂ ਬਿਲਕੁਲ ਵੀ ਨਹੀਂ ਸੋਚ ਰਹੀ ਸੀ ਕਿ ਮੈਂ ਕੀ ਕਰ ਰਹੀ ਹਾਂ।
ਮੈਨੂੰ ਇਸ ਗੱਲ ਦਾ ਬਿਲਕੁਲ ਵੀ ਅਹਿਸਾਸ ਨਹੀਂ ਸੀ ਕਿ ਮੈਂ ਕਿੰਨਾ ਗਲਤ ਕਰ ਰਹੀ ਸੀ, ਪਰ ਮੈਂ ਆਪਣੇ ਆਪ ਨੂੰ ਕਦੇ ਵੀ ਇਹ ਸਵਾਲ ਨਹੀਂ ਕੀਤਾ ਕਿ ਮੈਂ ਇਹ ਸਭ ਕੁਝ ਕਿਉਂ ਕਰ ਰਹੀ ਸੀ। ਇੱਕ ਰਾਤ ਅਸੀਂ ਦੋਵੇਂ ਗੱਲਾਂ ਕਰ ਰਹੇ ਸੀ ਕਿ ਰਮਨ ਦਾ ਮੈਸੇਜ ਆਇਆ, ਉਹ ਪਹੁੰਚਣ ਵਾਲਾ ਹੈ। ਤਾਂ ਮੈਂ ਹੈਰਾਨ ਹੋ ਗਈ ਕਿ ਉਹ ਅਚਾਨਕ ਕਿਵੇਂ ਆ ਗਿਆ। ਮੈਂ ਉਸ ਨੂੰ ਕਿਹਾ ਕਿ ਉਹ ਕਿਤੇ ਲੁਕ ਜਾਵੇ, ਕਿਉਂਕਿ ਰਮਨ ਦੀ ਗੱਡੀ ਦੀ ਆਵਾਜ਼ ਆ ਰਹੀ ਸੀ ਅਤੇ ਉਹ ਮੇਨ ਗੇਟ ਤੋਂ ਅੰਦਰ ਆ ਚੁੱਕਿਆ ਸੀ। ਉਸਨੇ ਕਿਹਾ ਕਿ ਮੈਨੂੰ ਲੁਕਣ ਦੀ ਕੀ ਜ਼ਰੂਰਤ ਹੈ, ਤੇਰਾ ਪਤੀ ਤਾਂ ਦੇਖ ਹੀ ਨਹੀਂ ਸਕਦਾ। ਇਹ ਸੋਚ ਕੇ ਮੈਨੂੰ ਵੀ ਹਾਸੀ ਆ ਗਈ ਅਤੇ ਮੈਂ ਕਿਹਾ, ਸੱਚਮੁੱਚ ਉਹ ਤਾਂ ਦੇਖ ਹੀ ਨਹੀਂ ਸਕਦਾ ਹੈ, ਇਸ ਲਈ ਲੁਕਣ ਦੀ ਕੀ ਜ਼ਰੂਰਤ ਹੈ। ਫਿਰ ਉਸਨੇ ਕਿਹਾ ਕਿ ਮੈਂ ਜਾ ਰਿਹਾ ਹਾਂ ਅਤੇ ਉਹ ਚਲਾ ਗਿਆ। ਥੋੜੀ ਦੇਰ ਬਾਅਦ ਰਮਨ ਕਮਰੇ ਵਿੱਚ ਆਏ। ਮੈਂ ਕੋਈ ਗੱਲ ਨਹੀਂ ਕੀਤੀ ਅਤੇ ਸੌਣ ਲਈ ਲੇਟ ਗਈ। ਮੈਂ ਲਾਈਟ ਬੰਦ ਕਰ ਦਿੱਤੀ ਅਤੇ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਮੈਂ ਮਹਿਸੂਸ ਕੀਤਾ ਕਿ ਰਮਨ ਸੋਏ ਨਹੀਂ ਸਨ, ਉਹ ਬੈਠੇ ਸਨ। ਫਿਰ ਉਹ ਅਚਾਨਕ ਬੋਲਣ ਲੱਗੇ, ਪ੍ਰੀਤ, ਤੈਨੂੰ ਪਤਾ ਹੈ ਮੇਰੇ ਪਾਪਾ ਵੀ ਅੰਨੇ ਸਨ ਅਤੇ ਮੇਰੀ ਮੰਮੀ ਵੀ ਤੇਰੀ ਤਰ੍ਹਾਂ ਬਹੁਤ ਖੂਬਸੂਰਤ ਸੀ। ਪਰਿਵਾਰ ਵਾਲਿਆਂ ਦੇ ਦਬਾਅ ਵਿੱਚ ਆ ਕੇ ਮੇਰੀ ਮੰਮੀ ਨੇ ਮੇਰੇ ਪਾਪਾ ਨਾਲ ਵਿਆਹ ਤਾਂ ਕਰ ਲਿਆ, ਪਰ ਉਹਨਾਂ ਦੇ ਅੰਦਰ ਹਮੇਸ਼ਾ ਇੱਕ ਖਾਲੀਪਨ ਰਿਹਾ ਅਤੇ ਇੱਕ ਅੰਨੇ ਇਨਸਾਨ ਨਾਲ ਜ਼ਿੰਦਗੀ ਗੁਜ਼ਾਰਨਾ ਉਹਨਾਂ ਨੂੰ ਬਹੁਤ ਔਖਾ ਲੱਗ ਰਿਹਾ ਸੀ। ਫਿਰ ਜਦੋਂ ਮੈਂ ਪੈਦਾ ਹੋਇਆ ਤਾਂ ਉਹਨਾਂ ਨੇ ਆਪਣਾ ਦਿਲ ਮੇਰੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ, ਪਰ ਕੁਝ ਦੇਰ ਬਾਅਦ ਉਹਨਾਂ ਦਾ ਦਿਲ ਮੇਰੇ ਤੋਂ ਵੀ ਉੱਠ ਗਿਆ ਅਤੇ ਫਿਰ ਉਹਨਾਂ ਨੇ ਆਪਣਾ ਦਿਲ ਕਿਤੇ ਹੋਰ ਲਗਾ ਲਿਆ। ਪਾਪਾ ਦੀ ਗੈਰ ਮੌਜੂਦਗੀ ਵਿੱਚ ਰੋਜ਼ ਇੱਕ ਆਦਮੀ ਸਾਡੇ ਘਰ ਆਉਂਦਾ ਅਤੇ ਮੇਰੀ ਮੰਮੀ ਉਸ ਨਾਲ ਗੱਲਾਂ ਕਰਦੀ ਰਹਿੰਦੀ ਸੀ ਅਤੇ ਮੈਂ ਸੁਣਦਾ ਸੀ, ਪਰ ਕੁਝ ਕਹਿੰਦਾ ਨਹੀਂ ਸੀ। ਜਿਵੇਂ ਹੀ ਰਮਨ ਨੇ ਇਹ ਸ਼ਬਦ ਕਹੇ ਤਾਂ ਮੇਰੀ ਤਾਂ ਜਿਵੇਂ ਜਾਨ ਹੀ ਨਿਕਲ ਗਈ। ਇਹ ਤਾਂ ਮੇਰੀ ਹੀ ਕਹਾਣੀ ਸੀ ਜੋ ਮੈਨੂੰ ਸੁਣਾਈ ਜਾ ਰਹੀ ਸੀ। ਮਤਲਬ ਕਿ ਮੇਰੀ ਸੱਸ ਨਾਲ ਵੀ ਇਹੀ ਜ਼ੁਲਮ ਹੋਇਆ ਸੀ ਅਤੇ ਉਸਨੇ ਇਹ ਜ਼ੁਲਮ ਮੇਰੇ ਉੱਪਰ ਦੁਹਰਾਇਆ। ਪਤਾ ਨਹੀਂ ਮੈਨੂੰ ਕਿਉਂ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਸੱਸ ਆਪਣੀਆਂ ਤਕਲੀਫਾਂ ਦਾ ਬਦਲਾ ਮੇਰੇ ਤੋਂ ਲੈ ਰਹੀ ਹੋਵੇ। ਰਮਨ ਨੇ ਫਿਰ ਬੋਲਣਾ ਸ਼ੁਰੂ ਕੀਤਾ, ਮੇਰਾ ਬਚਪਨ ਖਤਮ ਹੋ ਗਿਆ ਅਤੇ ਫਿਰ ਮੇਰੀ ਜਵਾਨੀ ਆ ਗਈ। ਉਹ ਆਦਮੀ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਅਤੇ ਫਿਰ ਮੇਰੇ ਪਾਪਾ ਇਹ ਦੁਨੀਆ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਮੈਂ ਅਤੇ ਮੇਰੀ ਮੰਮੀ ਇਕੱਲੇ ਰਹਿ ਗਏ। ਸਾਰੀ ਜ਼ਿੰਦਗੀ ਮੇਰੇ ਪਾਪਾ ਨੂੰ ਇਹ ਗੱਲ ਪਤਾ ਨਾ ਚੱਲ ਸਕੀ ਕਿ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਕੋਈ ਉਹਨਾਂ ਦੇ ਘਰ ਆਉਂਦਾ ਹੈ ਅਤੇ ਉਹਨਾਂ ਦੀ ਪਤਨੀ ਨਾਲ ਗੱਲਾਂ ਕਰਦਾ ਹੈ। ਫਿਰ ਮੇਰੀ ਮੰਮੀ ਇੰਨੀ ਢੀਠ ਬਣ ਗਈ ਕਿ ਉਹਨਾਂ ਨੂੰ ਮੇਰੇ ਪਾਪਾ ਦੀ ਮੌਜੂਦਗੀ ਅਤੇ ਗੈਰ ਮੌਜੂਦਗੀ ਤੋਂ ਕੋਈ ਫਰਕ ਨਹੀਂ ਪੈਂਦਾ ਸੀ। ਮੇਰੇ ਪਾਪਾ ਦੇ ਸਾਹਮਣੇ ਉਹੀ ਆਦਮੀ ਸਾਡੇ ਘਰ ਆਉਂਦਾ ਸੀ ਅਤੇ ਮੇਰੀ ਮੰਮੀ ਉਸ ਨੂੰ ਦੂਜੇ ਕਮਰੇ ਵਿੱਚ ਲੈ ਜਾਂਦੀ। ਉਹਨਾਂ ਦੀਆਂ ਗੱਲਾਂ ਦੀ ਆਵਾਜ਼ ਮੈਨੂੰ ਆਉਂਦੀ ਸੀ ਕਿਉਂਕਿ ਮੇਰਾ ਕਮਰਾ ਮੰਮੀ ਦੇ ਕਮਰੇ ਦੇ ਨਾਲ ਹੀ ਸੀ। ਮੈਨੂੰ ਆਪਣੇ ਪਾਪਾ ਲਈ ਬਹੁਤ ਦੁੱਖ ਹੁੰਦਾ ਸੀ। ਮੈਂ ਉਹਨਾਂ ਨੂੰ ਕੁਝ ਨਹੀਂ ਦੱਸਿਆ। ਕੀ ਤੈਨੂੰ ਪਤਾ ਹੈ, ਮੈਂ ਪੈਦਾਇਸ਼ੀ ਅੰਨਾ ਨਹੀਂ ਹਾਂ। ਮੈਂ ਆਪਣੇ ਬਚਪਨ ਵਿੱਚ ਦੇਖ ਸਕਦਾ ਸੀ। ਮੈਂ ਆਪਣੀਆਂ ਅੱਖਾਂ ਨਾਲ ਆਪਣੀ ਮੰਮੀ ਦੀਆਂ ਹਰਕਤਾਂ ਦੇਖਦਾ ਰਹਿੰਦਾ ਸੀ। ਹੌਲੀ-ਹੌਲੀ ਮੇਰੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ ਕਿਉਂਕਿ ਇਹ ਅੰਨਾਪਨ ਮੇਰੇ ਬਾਪ ਵੱਲੋਂ ਮੈਨੂੰ ਵਿਰਾਸਤ ਵਿੱਚ ਮਿਲਿਆ ਸੀ। ਜਵਾਨੀ ਵਿੱਚ ਪਹੁੰਚਦੇ ਮੈਂ ਬਿਲਕੁਲ ਅੰਨਾ ਹੋ ਚੁੱਕਿਆ ਸੀ ਅਤੇ ਮੈਨੂੰ ਇਸ ਗੱਲ ਦਾ ਕੋਈ ਗਮ ਨਹੀਂ ਸੀ। ਮੈਨੂੰ ਤਾਂ ਖੁਸ਼ੀ ਸੀ ਕਿ ਮੈਂ ਹੁਣ ਦੇਖ ਨਹੀਂ ਸਕਦਾ ਕਿ ਮੇਰੀ ਮੰਮੀ ਕੀ ਕਰਦੀ ਹੈ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਹ ਸਭ ਨਹੀਂ ਕਰਨਾ ਚਾਹੀਦਾ। ਮੈਨੂੰ ਦੂਜਿਆਂ ਲਈ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਚਾਹੀਦੀ। ਇਸ ਲਈ ਮੈਂ ਆਪਣਾ ਇਲਾਜ ਸ਼ੁਰੂ ਕਰਵਾਇਆ ਅਤੇ ਵਿਆਹ ਦੀ ਰਾਤ ਜਦੋਂ ਪਹਿਲੀ ਵਾਰ ਮੈਂ ਤੈਨੂੰ ਦੇਖਿਆ ਤਾਂ ਮੈਂ ਤੇਰੇ ਹੁਸਨ ਨੂੰ ਦੇਖ ਕੇ ਹੈਰਾਨ ਹੋ ਗਿਆ। ਇਹ ਕਹਿੰਦੇ ਉਹ ਚੁੱਪ ਹੋ ਗਏ ਅਤੇ ਉਹਨਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਜੇਕਰ ਉਹ ਅੰਨੇ ਸਨ ਤਾਂ ਫਿਰ ਉਹਨਾਂ ਨੇ ਮੇਰਾ ਹੁਸਨ ਕਿਵੇਂ ਦੇਖ ਲਿਆ ਸੀ। ਮੈਂ ਇੱਕ ਝਟਕੇ ਵਿੱਚ ਉੱਠ ਕੇ ਬੈਠ ਗਈ ਅਤੇ ਹਨੇਰੇ ਵਿੱਚ ਉਹਨਾਂ ਨੂੰ ਦੇਖਦੀ ਰਹੀ। ਉਹਨਾਂ ਨੇ ਦੁਬਾਰਾ ਬੋਲਣਾ ਸ਼ੁਰੂ ਕੀਤਾ ਅਤੇ ਕਿਹਾ, ਮੈਂ ਆਪਣੀਆਂ ਅੱਖਾਂ ਦਾ ਇਲਾਜ ਸ਼ੁਰੂ ਕਰਵਾਇਆ। ਮੇਰੀਆਂ ਅੱਖਾਂ ਜ਼ਿਆਦਾ ਖਰਾਬ ਨਹੀਂ ਸਨ। ਥੋੜ੍ਹੇ ਜਿਹੇ ਇਲਾਜ ਤੋਂ ਬਾਅਦ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਸੀ ਅਤੇ ਉਸੇ ਵੇਲੇ ਮੇਰੀ ਮਾਂ ਨੇ ਮੇਰੇ ਵਿਆਹ ਦਾ ਫੈਸਲਾ ਕਰ ਲਿਆ ਅਤੇ ਮੈਂ ਚੁੱਪਚਾਪ ਉਹਨਾਂ ਦਾ ਫੈਸਲਾ ਮੰਨ ਲਿਆ। ਉਹਨਾਂ ਨੇ ਮੈਨੂੰ ਤੇਰੀ ਫੋਟੋ ਨਹੀਂ ਦਿਖਾਈ ਕਿਉਂਕਿ ਉਹ ਮੈਨੂੰ ਹਾਲੇ ਤੱਕ ਅੰਨਾ ਸਮਝਦੀ ਸੀ ਅਤੇ ਮੈਂ ਉਹਨਾਂ ਨੂੰ ਕੁਝ ਦੱਸਿਆ ਵੀ ਨਹੀਂ ਕਿਉਂਕਿ ਮੇਰਾ ਦਿਲ ਉਹਨਾਂ ਤੋਂ ਉੱਠ ਚੁੱਕਿਆ ਸੀ। ਜਦੋਂ ਸਾਡਾ ਵਿਆਹ ਹੋਇਆ ਤਾਂ ਮੈਂ ਦੇਖ ਸਕਦਾ ਸੀ ਅਤੇ ਮੈਂ ਤੈਨੂੰ ਦੇਖ ਲਿਆ ਸੀ, ਪਰ ਮੈਂ ਦੇਖਣਾ ਚਾਹੁੰਦਾ ਸੀ ਕਿ ਤੂੰ ਕਿਸ ਤਰ੍ਹਾਂ ਦੀ ਪਤਨੀ ਸਾਬਿਤ ਹੁੰਦੀ ਹੈ, ਬੇਵਫਾ ਜਾਂ ਫਿਰ ਮੇਰੇ ਅੰਨੇਪਣ ਨੂੰ ਸੁਣ ਕੇ ਮੇਰਾ ਸਹਾਰਾ ਬਣੇਗੀ। ਪਰ ਮੈਨੂੰ ਤੇਰਾ ਵਰਤਾਓ ਦੇਖ ਕੇ ਬਹੁਤ ਅਫਸੋਸ ਹੋਇਆ।
ਅਤੇ ਮੈਂ ਤੈਨੂੰ ਛੱਡਣ ਦਾ ਫੈਸਲਾ ਕਰ ਲਿਆ ਸੀ। ਮੈਂ ਤੇਰੇ ਸਾਹਮਣੇ ਅੰਨੇ ਹੋਣ ਦਾ ਡਰਾਮਾ ਕੀਤਾ। ਸਿਰਫ 1 ਮਹੀਨੇ ਵਿੱਚ ਤੂੰ ਮੈਨੂੰ ਛੱਡ ਕੇ ਆਪਣਾ ਇੱਕ ਆਸ਼ਿਕ ਵੀ ਬਣਾ ਲਿਆ। ਰਮਨ ਦੀ ਗੱਲ ਸੁਣ ਕੇ ਮੇਰੇ ਸਿਰ ਤੇ ਤਾਂ ਜਿਵੇਂ ਪਹਾੜ ਟੁੱਟ ਚੁੱਕਿਆ ਸੀ। ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਪ੍ਰੀਤ, ਉਹ ਨਕਾਬਪੋਸ਼ ਕੋਈ ਹੋਰ ਨਹੀਂ, ਮੈਂ ਹੀ ਸੀ। ਆਪਣੇ ਪਤੀ ਦੀ ਗੱਲ ਸੁਣ ਕੇ ਮੇਰੇ ਤਾਂ ਸਰੀਰ ਵਿੱਚੋਂ ਜਿਵੇਂ ਜਾਨ ਹੀ ਨਿਕਲ ਚੁੱਕੀ ਸੀ। ਮੇਰੇ ਨਾਲ ਕੀ ਹੋ ਰਿਹਾ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਆਪਣੇ ਪਤੀ ਨੂੰ ਕਿਹਾ, ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਇਹ ਸਭ ਮੇਰੇ ਨਾਲ ਕਿਉਂ ਕੀਤਾ। ਰਮਨ ਨੇ ਉੱਠ ਕੇ ਕਮਰੇ ਦੀ ਲਾਈਟ ਜਗਾ ਦਿੱਤੀ ਅਤੇ ਉਹੀ ਨਕਾਬ ਦਰਾਜ਼ ਵਿੱਚੋਂ ਕੱਢਿਆ ਅਤੇ ਆਪਣੇ ਚਿਹਰੇ ਤੇ ਪਾ ਲਿਆ। ਮੈਂ ਦੇਖਿਆ ਇਹ ਉਹੀ ਆਦਮੀ ਹੈ ਜੋ ਮੈਨੂੰ ਮਿਲਣ ਆਉਂਦਾ ਸੀ। ਮੈਂ ਆਪਣੇ ਪਤੀ ਨੂੰ ਇੰਨੀ ਨਫ਼ਰਤ ਕਰਨ ਲੱਗੀ ਸੀ ਕਿ ਮੈਂ ਕਦੇ ਧਿਆਨ ਹੀ ਨਹੀਂ ਦਿੱਤਾ ਸੀ। ਇਹ ਅੱਖਾਂ ਮੇਰੇ ਪਤੀ ਦੀਆਂ ਅੱਖਾਂ ਹਨ ਜਿਨ੍ਹਾਂ ਨੂੰ ਮੈਂ ਨਕਾਬ ਦੇ ਪਿੱਛੇ ਦੇਖਦੀ ਹਾਂ। ਪ੍ਰੀਤ, ਜੇਕਰ ਮੈਂ ਵਿਆਹ ਤੋਂ ਬਾਅਦ ਕਿਸੇ ਹਾਦਸੇ ਵਿੱਚ ਅੰਨਾ ਹੋ ਜਾਂਦਾ ਤਾਂ ਕਿ ਤੂੰ ਫਿਰ ਵੀ ਕਿਸੇ ਹੋਰ ਨਾਲ ਸੰਬੰਧ ਬਣਾ ਲੈਂਦੀ। ਰਮਨ ਦੇ ਇਸ ਸਵਾਲ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ ਸੀ। ਮੇਰੇ ਕੋਲ ਬੋਲਣ ਲਈ ਕੁਝ ਨਹੀਂ ਸੀ। ਮੈਨੂੰ ਉਸ ਨਕਾਬਪੋਸ਼ ਨਾਲ ਮੁਹੱਬਤ ਹੋ ਗਈ ਸੀ, ਪਰ ਉਹ ਤਾਂ ਮੇਰਾ ਪਤੀ ਹੀ ਨਿਕਲਿਆ ਅਤੇ ਮੈਂ ਹੁਣ ਜਾਵਾਂ ਤਾਂ ਕਿੱਥੇ ਜਾਵਾਂ। ਮੇਰੀ ਸਮਝ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਮੇਰੇ ਪਤੀ ਨੇ ਕਿਹਾ, ਮੈਂ ਤੇਰੇ ਨਾਲ ਨਾਰਾਜ਼ ਨਹੀਂ ਹਾਂ। ਮੈਂ ਤਾਂ ਹਾਲਾਤ ਦਾ ਮਾਰਿਆ ਹੋਇਆ ਇਨਸਾਨ ਸੀ ਜਿਸ ਨੇ ਆਪਣੀ ਮਾਂ ਦੀ ਬੇਵਫਾਈ ਦੇਖੀ ਸੀ ਅਤੇ ਮੈਂ ਉਸ ਦੀ ਸਜ਼ਾ ਇੱਕ ਮਾਸੂਮ ਕੁੜੀ ਨੂੰ ਦੇਣਾ ਚਾਹੁੰਦਾ ਸੀ ਅਤੇ ਉਸ ਨੂੰ ਅਜ਼ਮਾ ਕੇ ਦੇਖਣਾ ਚਾਹੁੰਦਾ ਸੀ। ਪਰ ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਮੈਂ ਗਲਤ ਕੀਤਾ। ਮੈਂ ਤੈਨੂੰ ਮਾफ़ ਕਰਦਾ ਹਾਂ ਕਿਉਂਕਿ ਮੈਂ ਤੈਨੂੰ ਜਾਣ ਗਿਆ ਹਾਂ। ਤੂੰ ਇੱਕ ਅਜਨਬੀ ਨਾਲ ਸਿਰਫ ਗੱਲਾਂ ਦੇ ਹੱਦ ਤੱਕ ਮੁਹੱਬਤ ਕੀਤੀ ਹੈ, ਆਪਣੀ ਅਤੇ ਮੇਰੀ ਇੱਜ਼ਤ ਦਾ ਖਿਆਲ ਰੱਖਿਆ ਅਤੇ ਮੈਂ ਤੈਨੂੰ ਦੇਖ ਲਿਆ ਹੈ ਕਿ ਤੈਨੂੰ ਸਿਰਫ ਪਿਆਰ ਭਰੀਆਂ ਗੱਲਾਂ ਦੀ ਜ਼ਰੂਰਤ ਹੈ। ਤੇਰੇ ਅੰਦਰ ਕੋਈ ਬੁਰਾਈ ਨਹੀਂ ਹੈ ਅਤੇ ਮੈਂ ਤੈਨੂੰ ਕੀ ਮਾफ़ ਕਰਾਂਗਾ। ਬਲਕਿ ਮੈਂ ਤਾਂ ਇਸ ਕਾਬਲ ਨਹੀਂ ਹਾਂ ਕਿ ਤੇਰੇ ਤੋਂ ਮਾफ़ੀ ਮੰਗ ਸਕਾਂ। ਹੋ ਸਕੇ ਤਾਂ ਮੈਨੂੰ ਮਾफ़ ਕਰ ਦੇਈਂ। ਗਲਤ ਤੂੰ ਨਹੀਂ ਬਲਕਿ ਮੈਂ ਹਾਂ। ਮੈਂ ਤੇਰੇ ਨਾਲ ਗਲਤ ਕੀਤਾ ਹੈ। ਮੈਂ ਤੇਰੀ ਅਜ਼ਮਾਇਸ਼ ਕੀਤੀ ਅਤੇ ਕਿਸੇ ਹੋਰ ਦੀ ਸਜ਼ਾ ਤੈਨੂੰ ਦਿੱਤੀ। ਮੈਂ ਵੀ ਰੋਂਦੇ ਹੋਏ ਰਮਨ ਤੋਂ ਮਾफ़ੀ ਮੰਗੀ ਅਤੇ ਕਿਹਾ, ਮੈਂ ਤੁਹਾਨੂੰ ਮਾफ़ ਕਰ ਦਿੱਤਾ ਅਤੇ ਹੁਣ ਤੁਸੀਂ ਵੀ ਮੈਨੂੰ ਮਾफ़ ਕਰ ਦਿਓ। ਦੋਸਤੋ, ਅਸੀਂ ਇਨਸਾਨ ਗਲਤੀਆਂ ਦੇ ਪੁਤਲੇ ਹਾਂ। ਇੱਕ ਹੀ ਹਸਤੀ ਅਜਿਹੀ ਹੈ ਜੋ ਕਦੇ ਗਲਤੀ ਨਹੀਂ ਕਰ ਸਕਦੀ ਅਤੇ ਉਹ ਹੈ ਪਰਮਾਤਮਾ। ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਅੰਨੇ ਰਮਨ ਨਹੀਂ ਸਨ, ਅੰਨੀ ਤਾਂ ਮੈਂ ਸੀ ਅਤੇ ਅੱਜ ਰੱਬ ਨੇ ਰਮਨ ਦੇ ਨਾਲ ਮੇਰੀ ਵੀ ਰੌਸ਼ਨੀ ਵਾਪਸ ਕਰ ਦਿੱਤੀ ਅਤੇ ਮੈਂ ਉਸ ਦਾ ਧੰਨਵਾਦ ਕਰਦੀ ਹਾਂ। ਉਸ ਰਾਤ ਅਸੀਂ ਦੋਵਾਂ ਨੇ ਇੱਕ ਨਵੀਂ ਜ਼ਿੰਦਗੀ ਦੀ ਨੀਂਹ ਰੱਖੀ ਸੀ ਅਤੇ ਹੁਣ ਅਸੀਂ ਬਹੁਤ ਖੁਸ਼ ਸੀ। ਸੱਚ ਕਹਿੰਦੇ ਹਨ ਕਿ ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ। ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਪਸੰਦ ਆਈ ਹੈ ਤਾਂ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ।